ਜਦੋਂ ਤੁਸੀਂ ਮੈਡਮ ਸਾਹਿਬ ਸੀਟ ਤੇ ਬੈਠੇ ਹੋ ਉਦੋਂ ਤਾਂ ਲੋਕਾਂ ਦੇ ਤੋਂ ਕੰਮ ਨਹੀਂ ਹੁੰਦੇ। ਆ ਤੁਹਾਨੂੰ ਰੈਮਲ ਮਾਜਰੀਆ ਮਿਲਦਾ 45 ਲਾਉਣ ਨੂੰ ਇਹ ਕਿਹੜਾ ਦਿਨ ਚੜ ਗਿਆ, ਕਿਹੜੀ ਤੁਹਾਨੂੰ ਛੁੱਟੀ ਵਾਲਾ ਦਿਨ ਤੁਹਾਡੀ ਜੌਬ ਲੱਗ ਗਈ, ਇਹ ਤੁਹਾਨੂੰ ਪੈਸੇ ਮਿਲਣਗੇ ਮੇਰੇ ਹਿਸਾਬ ਨਾਲ ਤਾਂ ਜੀ। ਜਿਹੜੇ ਸੜੇ ਹੋਏ ਬੰਦਿਆਂ ਨੇ ਹਰਕਤ ਕੀਤੀ ਹੈ ਜੇ ਉਹਨਾਂ ਨੂੰ ਵੀ ਕੋਈ ਤਕਲੀਫ ਆਈ ਹੋਵੇ ਉੱਥੇ ਉਹ ਕੈਮਰੇ ਵਿੱਚ ਕੈਦ ਹੋਣਗੇ। ਇਹ ਮੈਡਮ ਜੀ ਇਹਨੂੰ ਨਾ ਡਰੇ ਨਾ ਪਾਓ, ਇਹਨੂੰ ਜਲਦੀ ਤੋਂ ਜਲਦੀ ਤੁਸੀਂ ਅੱਜ ਐਸਡੀਐਮ ਹੋ, ਕੱਲ ਨੂੰ ਤੁਸੀਂ ਡੀਸੀ ਬਣਨਾ, ਕੱਲ ਨੂੰ ਹੋਰ ਵੀ ਤੁਸੀਂ ਉੱਪਰ ਜਾਣਾ, ਪਰ ਮੈਡਮ ਜੀ ਤੁਸੀਂ ਇੱਥੇ ਭੁਲੇਖਾ ਖਾ ਗਏ, ਇੱਥੇ ਮਿਸਟੇਕ ਹੋ ਗਏ। ਇਹ ਚੀਜ਼ ਨੂੰ ਗੌਰ ਕਰ ਲਓ। ਇਹ ਜਿਹੜੀ ਗੁੱਗਾ ਮਾੜੀ ਦੀ ਭੁੱਲ ਆ ਇਹਨੂੰ ਬਖਸ਼ਾ ਲਓ। ਨਹੀਂ ਮੈਂ ਤੁਹਾਨੂੰ ਵਾਅਦਾ ਕਰਦਾ ਅਸੀਂ ਗੁੱਗੇ ਨੂੰ ਮੰਨਣ ਵਾਲੇ ਆ, ਬਾਬੇ ਨਾਨਕ ਨੂੰ ਮੰਨਣ ਵਾਲੇ ਆ। ਤੁਸੀਂ ਬਹੁਤ ਹੀ ਦੇਰ ਇਹ ਸੀਟ ਤੇ ਨਹੀਂ ਬੈਠ ਸਕਦੇ। ਭਾਦਸੋਂ ਦੇ ਨੇੜੇ ਪੈਂਦੇ ਪਿੰਡ ਰਾਏਮਨ ਮਾਜਰੀ ਵਿੱਚ ਪ੍ਰਸ਼ਾਸਨ ਵੱਲੋਂ ਗੁੱਗਾ ਮਾੜੀ ਦਾ ਮੇਲਾ ਅਤੇ ਖੇਡ ਮੇਲਾ ਬੰਦ ਕਰਵਾਏ ਜਾਣ ਤੇ ਕਮੇਟੀ ਮੈਂਬਰਾਂ ਵਿੱਚ ਭਾਰੀ ਰੋਸ ਪੈਦਾ ਹੋ ਗਿਆ। ਉਹਨਾਂ ਪ੍ਰੈਸ ਕਾਨਫਰੰਸ ਬੁਲਾ ਕੇ ਦੂਜੀ ਧਿਰ ਅਤੇ ਪ੍ਰਸ਼ਾਸਨ ਉੱਤੇ ਗੰਭੀਰ ਦੋਸ਼ ਲਗਾਏ। ਕਮੇਟੀ ਦੇ ਪ੍ਰਧਾਨ ਨੇ ਐਸਡੀਐਮ ਉੱਤੇ ਗੰਭੀਰ ਪ੍ਰਕਾਰ ਦੇ ਦੋਸ਼ ਲਗਾਉਂਦਿਆਂ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਪ੍ਰਸ਼ਾਸਨ ਅਤੇ ਪੁਲਿਸ ਨੇ ਇਹੋ ਜਿਹਾ ਵਿਵਹਾਰ ਕਰਦਿਆਂ 2 ਦਿਨਾਂ ਤੋਂ ਸ਼ਾਂਤ ਚੱਲ ਰਹੇ ਚੰਗੇ ਭਲੇ ਮੇਲੇ ਅਤੇ ਟੂਰਨਾਮੈਂਟ ਨੂੰ ਬੰਦ ਕਰਵਾਇਆ ਹੈ। ਉਸ ਨਾਲ ਸਾਰੀ ਕਮੇਟੀ ਤੇ ਸੰਗਤ ਨੂੰ ਭਾਰੀ ਠੇਸ ਪਹੁੰਚੀ ਹੈ। ਉਹਨਾਂ ਕਿਹਾ ਕਿ ਉਹ ਇਸ ਧੱਕੇਸ਼ਾਹੀ ਦੇ ਖਿਲਾਫ ਚੁੱਪ ਨਹੀਂ ਬੈਠਣਗੇ ਅਤੇ ਸੰਘਰਸ਼ ਜਾਰੀ ਰੱਖਣਗੇ। ਤਿਆਰੀਆਂ ਚੱਲ ਰਹੀਆਂ ਸੀ, ਪੈਸਾ ਇੰਨਾ ਖਰਚ ਹੋ ਗਿਆ ਤੇ ਅੱਜ ਕਿੱਦਾਂ ਦੇਖ ਰਹੇ ਹੋ? ਪਹਿਲਾਂ ਤਾਂ ਵੀਰ ਜੀ ਤੁਹਾਨੂੰ ਇੱਥੇ ਮੀਡੀਆ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਪਿੰਡ ਵਾਸੀਆਂ ਨੂੰ ਤੇ ਇਲਾਕਾ ਵਾਸੀਆਂ ਨੂੰ। ਹਾਂਜੀ, ਇਹ ਜਿਹੜਾ ਮੇਲਾ ਜੀ ਸ਼ੁਰੂ ਕਰਵਾਇਆ ਗਿਆ ਸੀ ਇਹਨਾਂ ਸਾਡੇ ਨਾ 2014 ਤੋਂ 45 ਲੱਗੀ ਹੋਈ ਸੀ ਤੇ ਉਹ 45 ਆ ਜਿਹੜੀ ਐਸਡੀਐਮ ਸਾਹਿਬ ਨੇ ਸਾਨੂੰ 22/2007 ਨੂੰ ਜਿਹੜੇ ਆਰਡਰ ਨੇ ਸਾਨੂੰ ਕਰਤੇ ਸੀਗੇ ਵੀ ਇਹ ਜਿਹੜੀ ਗੁੱਗਾ ਮਾੜੀ ਵੈਲਫੇਅਰ ਕਮੇਟੀ ਆ ਇਹ ਮੇਲਾ ਜਿਹੜਾ ਇਸ ਵਾਰ ਇਹ ਭਰਾਏਗੀ। ਤੇ ਕਾਰਨ ਕੀ ਹੋਇਆ, ਨਾਲ ਇਹ ਜਦੋਂ ਅਸੀਂ ਮੇਲਾ ਹੁੰਦਾ ਸਾਡਾ ਤੇ ਨਾਲ ਹੀ ਟੂਰਨਾਮੈਂਟ ਹੁੰਦਾ, ਇਹ ਸਾਨੂੰ ਆਰਡਰ ਐਸਡੀਐਮ ਸਾਹਿਬ ਨੇ ਦਿੱਤੇ ਤੇ ਖੁਦ ਇੱਥੇ ਮੌਕਾ ਧਰਿਆ ਐਸਡੀਐਮ ਸਾਹਿਬ ਨੇ। ਮਾੜੀ ਤੇ ਬੈਠੇ ਹੋ ਘੱਟੋ ਘੱਟ 5 ਤੋਂ 7 ਘੰਟੇ ਉਰੇ ਬੈਠੇ ਤੇ ਪਬਲਿਕ ਇਕੱਠੀ ਹੋਈ ਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਕੋਈ ਇਸ ਨੂੰ ਇਤਰਾਜ਼ ਤਾਂ ਨਹੀਂ ਕਮੇਟੀ ਵੱਲੋਂ, ਕਿ ਕਮੇਟੀ ਬਣ ਰਹੀ ਹੈ, ਪ੍ਰਧਾਨ ਦਲਜੀਤ ਸਿੰਘ ਟਵਾਣਾ ਬਣ ਰਿਹਾ, ਤੇ ਉੱਥੇ ਕਿਸੇ ਨੇ ਇਹ ਨਹੀਂ ਕਿਹਾ ਵੀ ਸਾਨੂੰ ਇਤਰਾਜ਼ ਆ। ਸਾਰੇ ਬੜੇ ਖੁਸ਼ ਸੀਗੇ। ਤਕਰੀਬਨ ਇਕੱਠ 200 ਤੋਂ 250 ਬੰਦਾ। ਤੇ ਉਸ ਤੋਂ ਬਾਅਦ ਹੀ ਚਲੋ ਲਿਖ ਕੇ ਲੈ ਗਏ ਤੇ ਸਾਨੂੰ ਦੁਬਾਰਾ 7ਵਾਂ ਮਹੀਨਾ 2021 ਨੂੰ ਇਹ ਜਿਹੜੇ ਆਰਡਰ ਸੀਗੇ ਸਾਨੂੰ ਐਸਡੀਐਮ ਸਾਹਿਬ ਨੇ ਦਿੱਤੇ ਨੇ, ਕਮੇਟੀ ਨੂੰ ਦਿੱਤੇ ਨੇ ਵੀ ਇਹਦਾ ਜਿਹੜਾ ਕਾਰਜਕਾਰ ਹੈ ਵੀ ਇਹ ਕਮੇਟੀ ਜਿਹੜੀ ਹੈ ਇਹ ਕਰੂਗੀ। ਆਹ ਲਿਖੇ ਉਹਨੇ ਦੇਖ ਸਕਦੇ ਹੋ ਤੁਸੀਂ। ਤੇ ਜਿਹੜਾ ਸਾਨੂੰ ਇੱਕ ਲੈਟਰ ਵੀ ਦਿੱਤਾ ਗਿਆ ਵੀ ਜਿਹੜਾ ਮੰਨ ਲਓ ਵੀ ਰਿਸੀਵਰ ਪੁਆਇੰਟ ਸੀਗਾ ਵੀਡੀਓ ਸਾਹਿਬ ਵੀ ਜਿਹੜਾ ਪੈਸਾ ਅਕਾਊਂਟ ਦੇ ਵਿੱਚ ਹੈ ਜਾਂ ਕੋਈ ਹਿਸਾਬ ਕਿਤਾਬ ਹੈ ਜਾਂ ਤੁਹਾਡਾ ਲੈਣ ਦੇਣ ਹੈ ਉਹਦਾ ਆਪਣਾ ਕੰਪਲੀਟ ਕਰਕੇ ਜਿਹੜੇ ਕਮੇਟੀ ਦਾ ਖਾਤਾ ਹੈ ਉਹਦੇ ਵਿੱਚ ਜਿਹੜੇ ਪੈਸੇ ਨੇ ਟ੍ਰਾਂਸਫਰ ਕੀਤੇ ਜਾਣ ਤੇ ਇਹਨਾਂ ਨੂੰ ਕਾਰਜਕਾਰ ਚਾਬੀਆਂ ਵਗੈਰਾ ਸੰਭਾਈਆਂ ਜਾਣ। ਸੋ ਸਾਨੂੰ ਸਾਰਾ ਕੁਝ ਤਰੀਕੇ ਨਾਲ ਮਿਲਦਾ ਰਿਹਾ ਤੇ ਅਸੀਂ ਨੇ ਆਪਦੇ ਕੰਮਕਾਰ ਦੀ ਜਿਹੜੇ ਗਤੀਵਿਧੀਆਂ ਸੀਗੀਆਂ ਮੇਲੇ ਪ੍ਰਤੀ ਅਸੀਂ ਨੇ ਸ਼ੁਰੂ ਕੀਤੀਆਂ। ਸਫਾਈ, ਜਿੱਦਾਂ ਸਫਾਈ ਦਾ ਲਾ ਲਓ, ਕਿੱਦਾਂ ਆਪਾਂ ਨੇ ਕੀ ਕਰਨਾ, ਵੀ ਕੀ ਪ੍ਰਬੰਧ ਚਾਹੀਦਾ ਹੈ। ਦੇਖੋ ਤੁਸੀਂ ਖੁਦ ਦੇਖ ਸਕਦੇ ਹੋ, ਕਾਨਫਰੰਸ ਤੋਂ ਬਾਅਦ ਤੁਸੀਂ ਮੌਕਾ ਦੇਖ ਸਕਦੇ ਹੋ। ਉੱਥੇ ਸਾਡੇ ਠੰਡੇ ਪਾਣੀ ਦੀ ਸਵੀਲ, ਫੋਕੇ ਪਾਣੀ ਦੀ ਸਵੀਲ, ਪੱਖੇ ਲੱਗੇ ਹੋਏ ਨੇ, ਅੰਦਰ ਏਸੀ ਚੱਲ ਰਹੇ ਨੇ। ਜਿਹੜੇ ਕੈਮਰੇ ਸੀਗੇ 7 ਤੋਂ 8 ਲੱਗੇ ਹੋਏ ਸੀ, ਅਸੀਂ ਕੈਮਰੇ ਵੀ ਵਧਾਤੇ, 16-17 ਕੈਮਰੇ ਕਰਤੇ ਵੀ ਕੋਈ ਵੱਧ ਕੀ ਨਾ ਹੋਵੇ, ਕੋਈ ਭੈਣ ਧੀ ਨਾਲ ਕੋਈ ਧੱਕਾਸ਼ਾਹੀ ਨਾ ਹੋਵੇ, ਜੇਬ ਕਤਰਿਆਂ ਨੂੰ ਜੇ ਕਰਦੇ ਤਾਂ ਉਹਨੂੰ ਫੜਿਆ ਜਾਵੇ। ਤੇ ਅਸੀਂ ਬਹੁਤ ਵਧੀਆ ਪ੍ਰਬੰਧ ਚਲਾ ਰਹੇ ਹਾਂ। ਤੇ ਸਾਡੇ ਉੱਥੇ ਜਾਲ ਲੱਗਿਆ ਹੋਇਆ ਸੀਗਾ, ਪਹਿਲਾਂ ਵੀਡੀਓ ਸਾਹਿਬ ਨੇ ਲਾਇਆ ਸੀ, ਉਹਦੇ ਉੱਤੇ ਅਸੀਂ ਨੇ ਕੀਲੀਆਂ ਲਗਵਾਈਆਂ ਵੀ ਕੋਈ ਧੀ ਭੈਣ ਦੀ ਚੈਨੀ ਕੱਢ ਕੇ ਜਾਂ ਕਿਸੇ ਨੂੰ ਛੇੜ ਕੇ ਵੀ ਉਹ ਬੰਦਾ ਟੱਪ ਕੇ ਭੱਜ ਨਾ ਸਕੇ। ਉਹਦੇ ਦਰਵਾਜ਼ੇ ਅਸੀਂ ਨੇ ਮਾੜੀ ਦੇ 2 ਰੱਖੇ, ਇੱਕ ਵੜਨ ਲਈ ਤੇ ਇੱਕ ਨਿਕਲਣ ਲਈ। ਟੂਰਨਾਮੈਂਟ ਰੋਕਣ ਦਾ ਕਾਰਨ ਕੀ ਹੈ? ਟੂਰਨਾਮੈਂਟ ਦਾ ਕਾਰਨ ਬਾਅਦ ਚ ਦੱਸਦਾ ਜੀ, ਇਹ ਵੀ ਦੱਸ ਦਿੰਦਾ ਮੈਂ ਕਾਰਨ ਕੀ ਕਾਰਨ ਹੋਇਆ। ਉਸ ਤੋਂ ਬਾਅਦ ਸਾਡਾ ਸਾਰਾ ਸਿਸਟਮ ਬਹੁਤ ਵਧੀਆ ਚੱਲ ਰਿਹਾ ਜੀ। ਸਾਰਾ ਹਿਸਾਬ ਕਿਤਾਬ ਅਸੀਂ ਸਫਾਈ ਕਰਾਈ, ਜਿੱਥੇ ਟੋਏ ਸੀਗੇ ਉੱਥੇ JBC ਨਾਲ ਲਾ ਕੇ ਮਿੱਟੀ ਪਵਾਈ ਗਈ, ਆਲੇ ਦੁਆਲੇ ਸਫਾਈਆਂ ਹੋਈਆਂ। ਸੜਕਾਂ 'ਤੇ ਜਿੱਥੇ ਟੋਏ ਸੀ ਵੀ ਦਿੱਕਤ ਆਵੇ, ਕੋਈ ਧੀ ਭੈਣ ਗਿਰ ਨਾ ਜਾਵੇ ਟੋਏ ਦੇ ਵਿੱਚ, ਅਸੀਂ ਉੱਥੇ ਸਾਰਾ ਕੇਰੀ ਹੁੰਦੀ ਹੈ ਭੱਠੇ ਤੋਂ, ਵੈਸੇ ਤਾਂ ਬਹੁਤਿਆਂ ਨੂੰ ਘੱਟ ਪਤਾ ਹੋਊਗਾ, ਕੇਰੀ ਹੁੰਦੀ ਹੈ ਭੱਠੇ ਦੀ, ਉਹ ਪਾਈ ਗਈ ਲਿਆ ਕੇ। ਉਸ ਤੋਂ ਬਾਅਦ ਅਸੀਂ ਆ ਜਿਹੜਾ ਆਪਣੇ ਗੁਰਦੁਆਰਾ ਸਾਹਿਬ ਹੈ ਨਿਮਸਰ, ਉਹਦੇ ਵਿੱਚ ਵੀ ਕੈਮਰੇ ਲੱਗੇ ਹੋਏ ਨੇ। ਉੱਥੇ ਵੀ ਅਸੀਂ ਗੁਰੂ ਦਾ ਲੰਗਰ ਆ ਜਿਹੜਾ ਟੁੱਟ ਵਰਤ ਰਿਹਾ, ਗੁਰੂ ਦੀ ਕਿਰਪਾ ਨਾਲ ਉੱਧਰੋਂ ਵੀ ਪੈਸੇ ਲਾ ਰਹੇ ਹਾਂ ਤੇ ਗੁੱਗਾ ਮਾੜੀ 'ਚੋਂ ਵੀ ਲਾ ਰਹੇ ਹਾਂ। ਐਡਵਾਂਸ ਚੱਲ ਰਹੇ ਨੇ, ਕੋਈ ਹਜੇ ਕੋਈ ਚੈੱਕ ਨਹੀਂ ਕੱਟਿਆ ਵਾ,
ਸਾਰੇ ਕੈਸ਼ ਬਾਬੇ ਦੀ ਕਿਰਪਾ ਇੰਨੀ ਹੈ ਉਰੇ ਬੈਠੀ ਜਿਹੜਾ ਕੁਝ ਮਰਜ਼ੀ ਮੰਗਾ ਲਈਏ। ਉਹ ਤੋਂ ਬਾਅਦ ਹੀ ਵਧੀਆ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਮੇਲਾ ਹੈ 29 ਤੋਂ 30 ਤੱਕ ਬਹੁਤ ਵਧੀਆ ਭਰਿਆ। ਤਕਰੀਬਨ ਅਸੀਂ 20 ਤਰੀਕ ਦੇ ਅਸੀਂ ਇਸ ਕੰਮ ਦੇ ਵਿੱਚ ਲੱਗੇ ਹੋਏ ਆ, ਸੜਕਾਂ ਸਮਾਰਨ ਹੋਰ ਸਾਰਾ ਸਿਸਟਮ ਕਰਨ, ਰੰਗ ਵੀ ਕਰਵਾਇਆ ਸੀ ਨੇ। ਰੰਗ ਵੀ ਸਾਡਾ ਸਾਰਾ ਆਧਾਰ ਹੈ, ਜਿਹਨੂੰ ਰੰਗ ਕਰਵਾਇਆ ਜੀ ਤੋਂ ਉਹ ਤਾਂ ਵੀ ਸਾਰਾ ਆਧਾਰ ਖੜਾ, ਸਾਰਾ ਕੁਝ ਸਾਰਾ ਤਕਰੀਬਨ ਆਧਾਰੇ ਖੜਾ ਸਾਡਾ ਸਿਸਟਮ। ਉਸ ਤੋਂ ਬਾਅਦ ਜਿਹੜਾ ਮੇਲਾ ਬਹੁਤ ਵਧੀਆ ਭਰ ਰਿਹਾ, ਤੁਸੀਂ ਖੁਦ ਦੇਖ ਸਕਦੇ ਹੋ। ਮੈਂ ਐਸਡੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਹੱਥ ਜੋੜ ਕੇ 45 ਤਾਂ ਤੁਸੀਂ ਲਾਤੀ, ਪਰ ਇੱਕ ਵਾਰ ਆ ਕੇ ਨਾ ਰਿਕਾਰਡ ਕੈਮਰੇ ਵੇ ਕੇ ਕੈਮਰੇ ਜ਼ਰੂਰ ਚੈੱਕ ਕਰ ਲਿਓ ਵੀ ਇੱਥੇ ਕੋਈ ਗਾਲੀ ਗਲੋਚ ਹੋਇਆ ਹੋਵੇ, ਇੱਥੇ ਕੋਈ ਲੜਾਈ ਹੋਈ ਹੋਵੇ। ਕਮੇਟੀ ਦੀ ਲੜਾਈ ਤਾਂ ਇੱਕ ਪਾਸੇ ਰੱਖੋ ਜੀ, ਗਾਲੀ ਗਲੋਚ ਇੱਕ ਪਾਸੇ ਰੱਖੋ। ਉੱਦਾਂ ਵੀ ਕੋਈ ਪਬਲਿਕ ਜਿਹੜੀ ਆਈ ਹੈ, ਪਿੰਡਾਂ ਚੋਂ ਦਰਸ਼ਕ ਵੀਰ ਆਏ ਨੇ, ਮੱਥਾ ਟੇਕਣ ਆਏ ਨੇ, ਉਹ ਵੀ ਕੋਈ ਗਾਲ ਕੱਢੀ ਹੋਵੇ ਕਿਸੇ ਨੂੰ, ਚਲੋ 45 ਉਹਨਾਂ ਨੇ ਲਾਈ ਹੈ, ਸਿਆਸੀ ਦਬਾਅ ਤੇ ਲਾਈ ਹੈ 45 ਜਿਹੜੀ ਲੱਗੀ ਹੈ। ਇਹ ਕੋਈ ਦਬਾਅ ਹੋਣਾ ਉਹਨਾਂ ਦੀ ਸੀਟ ਉਹ ਆਪਣੀ ਹੋਣੀ ਨਹੀਂ, ਉਹਦਾ ਸੀਟ ਤੇ ਕੋਈ ਹੋਰ ਹੈ। ਉਹ ਤਾਂ ਇੱਕ ਚਿਹਰਾ ਦੀਦਾ ਵੀ ਐਸਡੀਐਮ ਸਾਹਿਬ ਬੈਠੇ ਨੇ, ਆਉਂਦੇ ਇੱਥੇ ਸਾਨੂੰ ਚੈੱਕ ਕਰਦੇ, ਸਾਡੀ ਤਲਾਸ਼ੀ ਲੈਂਦੇ, ਪੂਰਾ ਹੱਥ ਹੈ 86 ਦੇ। ਤੇ ਮੌਕੇ ਦੀ ਸਰਕਾਰ ਦਾ ਹੀ ਹੋ ਸਕਦਾ ਜਿਹੜਾ ਸਾਡੇ ਨੁਮਾਇੰਦੇ ਨੇ ਤੁਰੇ ਫਿਰਦੇ ਨੇ ਜੀ। ਦੋ ਚਾਰ ਕੇ ਸਾਡੇ ਪਿੰਡ ਨਾ ਹਲਕਾ ਵਿਧਾਇਕ ਦਾ, ਹਾਂਜੀ ਕਹਿ ਸਕਦੇ ਆ ਜੀ, 2-4 ਕੇ ਸਾਡੇ ਇਹ ਜਿਹੇ ਨਾ, ਮੈਂ ਕਹਿ ਸਕਦਾ ਮੈਨੂੰ ਕੋਈ ਝਿਜਕ ਨਹੀਂ, ਡਰ ਨਹੀਂ। ਸੜੇ ਹੋਏ ਬੰਦੇ 2-4 ਸਾਡੇ ਪਿੰਡ ਦੇ ਬਿਲਕੁਲ ਸੜੇ ਹੋਏ ਬੰਦੇ, ਜਿਨ੍ਹਾਂ ਤੇ ਮੈਂ ਪਰਚਿਆਂ ਦੇ ਨਾਂ ਨਹੀਂ ਲੈ ਸਕਦਾ ਵੀ ਕਿਹੜੇ ਪਰਚੇ ਨੇ, ਠੀਕ ਆ, ਜਮਾ ਸੜੇ ਹੋਏ ਗਿਰੇ ਹੋਏ ਬੰਦੇ। ਉਹ ਜਾ ਕੇ ਐਸਡੀਐਮ ਸਾਹਿਬ ਨੂੰ ਬੇਨਤੀ ਕਰਦੇ ਨੇ, ਉੱਥੇ ਲੜਾਈ ਹੋ ਗਈ, ਉੱਥੇ ਬੰਦਾ ਮਰਨ ਦਾ ਖਤਰਾ, ਉੱਥੇ ਪੈਸੇ ਦੇ ਚੱਕਰ ਦੇ ਵਿੱਚ ਦੋ ਪਾਰਟੀਆਂ ਕਿਹੜੀਆਂ ਨੇ ਜੀ? ਦੇਖੋ ਕਮੇਟੀ ਹੈ, ਵੈਲਫੇਅਰ ਕਮੇਟੀ ਹੈ, ਇੱਥੇ ਦੋ ਪਾਰਟੀਆਂ ਕਿੱਥੋਂ ਆ ਗਈਆਂ? ਜਾਂ ਤਾਂ ਦੋ ਕਮੇਟੀਆਂ ਹੁੰਦੀਆਂ, ਅਸੀਂ ਮੰਨ ਲੈਂਦੇ ਵੀ ਦੋ ਕਮੇਟੀਆਂ ਨੇ। ਵੈਲਫੇਅਰ ਕਮੇਟੀ ਹੈ ਸਾਡੀ, ਗੁੱਗਾ ਮਾੜੀ ਵੈਲਫੇਅਰ ਕਮੇਟੀ ਆ, ਜਿਹਦਾ ਮੈਂ ਪ੍ਰਧਾਨ ਹਾਂ। ਇਹ ਸਾਡੇ ਸਕੱਤਰ ਸਾਹਿਬ ਬੈਠੇ ਨੇ, ਜੇ ਸਾਡੇ ਖਜ਼ਾਨਚੀ ਸਾਹਿਬ ਬੈਠੇ ਨੇ, ਤੇ ਮੈਂਬਰ ਸਾਹਿਬਾਨ ਬੈਠੇ ਨੇ ਸਾਰੇ। ਇਹ ਉੱਥੇ ਆ ਕੇ ਹੁਣ ਵੀ ਮੈਂ ਅਪੀਲ ਕਰਦਾ ਐਸਡੀਐਮ ਸਾਹਿਬ ਨੂੰ, ਲਾਤੀ ਉਹਨਾਂ ਨੇ ਸਾਡੇ ਸਿਰ ਮੱਥੇ, ਅਸੀਂ ਸਤਿਕਾਰ ਕਰਦੇ ਹਾਂ। ਨਵੇਂ ਆਏ ਨੇ ਮੈਡਮ, ਉਹਨਾਂ ਦਾ ਸਤਿਕਾਰ ਕਰਦੇ ਹਾਂ, ਪਰ ਜਿਹੜੇ ਕਾਲਾ ਰਾਮ ਕੌਂਸਲ ਜੀ ਸੀਗੇ ਉਹ ਸਾਨੂੰ ਅਧਿਕਾਰ ਦੇ ਕੇ ਗਏ ਸੀ। ਇਹ ਕਮੇਟੀ ਦਾ ਜਿਹੜਾ ਅਧਿਕਾਰ ਹੈ ਐਸਡੀਐਮ ਸਾਹਿਬ ਕਾਲਾ ਰਾਮ ਕੌਂਸਲ ਜੀ ਸਾਨੂੰ ਦੇ ਕੇ ਗਏ ਸੀ। ਮੈਂ ਦੁਬਾਰੇ ਬੇਨਤੀ ਕਰਦਾ ਐਸਡੀਐਮ ਸਾਹਿਬ ਦਾ, ਅਸੀਂ ਇੱਜ਼ਤ ਕਰਦੇ ਹਾਂ, ਸਾਡੇ ਇਲਾਕੇ ਦੀ ਸ਼ਾਨ ਨੇ, ਸਾਡੇ ਹਲਕੇ ਦੇ ਮਾਲਕ ਨੇ। ਉਹ ਆਉਣ ਆ ਕੇ ਕੈਮਰੇ ਚੈੱਕ ਕਰਨ, ਇਹ ਨਾ ਹੋਵੇ 1 ਮਹੀਨੇ ਤੱਕ ਕੈਮਰੇ ਚੈੱਕ ਕਰਨ ਆਉਣ। ਅਸੀਂ ਤਾਂ ਕਹਿੰਦੇ ਅੱਜੇ ਆਉਣ, ਹੁਣੇ ਆਉਣ, ਕੱਲ੍ਹ ਨੂੰ ਆਉਣ, ਹਫ਼ਤੇ ਦੇ ਵਿੱਚ ਆਉਣ, ਕੈਮਰੇ ਚੈੱਕ ਕਰਨ। ਜੇ ਕਿਤੇ ਵੀ ਕੋਈ ਲੜਾਈ ਉਹ ਸਾਬਤ ਕਰ ਦੇਣ, ਸਾਡੇ ਨਾਲ ਤਾਂ ਛੱਡੋ ਜੀ, ਕਿਸੇ ਹੋਰ ਨਾਲ ਵੀ ਹੋਰ 2 ਪਰਸਨਲ ਬੰਦੇ ਲੜ ਪਏ, ਜਾਂ ਉਹ ਬੰਦੇ ਜਿਹੜੇ ਉੱਥੇ ਸ਼ਿਕਾਇਤ ਕਰਕੇ ਆਏ ਨੇ ਉਹਨਾਂ ਨਾਲ ਕੋਈ ਵਧੀਕੀ ਹੋਈ ਹੋਵੇ, ਮੈਂ ਕਹਿੰਦਾ ਪਿੰਡ ਛੱਡ ਕੇ ਚਲੇ ਜਾਵਾਂਗੇ। ਹੋਰ ਦੱਸੋ ਜੀ, ਇਹ ਤਾਂ ਸਾਡਾ ਕੋਈ ਇੱਥੇ ਜਿਹੜਾ ਗੁੱਗਾ ਮਾੜੀ ਵੈਲਫੇਅਰ ਕਮੇਟੀ ਆ, ਗੁੱਗਾ ਮਾੜੀ ਦੀ ਜ਼ਮੀਨ ਹੈ, ਜਾਂ ਉਹਦਾ ਪੈਸਾ ਹੈ, ਜਾਂ ਉਹਦਾ ਜੋ ਵੀ ਕੁਛ ਹੈਗਾ, ਉਹ ਸਾਡਾ ਕੋਈ ਆਪਣਾ ਨਹੀਂ ਹੈਗਾ। ਪਿੰਡ ਵਾਸੀਆਂ ਦੇ ਉੱਪਰ ਰੋਪ ਲਾ ਰਹੇ ਹੋ, ਜਾਂ ਉਹਨਾਂ ਨੇ ਕੁਝ ਦੇਖਿਆ ਜਾਂ ਕੋਈ ਨਿੱਜੀ ਮਸਲਾ ਕੋਈ? ਉਹਨਾਂ ਦਾ ਸ਼ਰਾਰਤ ਅਨਸਰਾਂ ਦਾ ਕੀ ਹੁੰਦਾ ਹੈ? ਸ਼ਰਾਰਤ ਕਰਨੀ ਹੁੰਦੀ ਹੈ, ਉਹਨਾਂ ਦਾ ਗਲ 'ਚ ਪਾ ਕੇ ਢੋਲ ਵਜਾਉਣਾ ਹੁੰਦਾ ਹੈ, ਠੀਕ ਹੈ। ਡੰਡਾ ਤਾਂ ਉਹਦਾ ਆਪਾਂ ਫੜਨਾ ਵੀ ਇਹ ਕਿਵੇਂ ਵੱਜੀ ਹੋ ਜਾਣਾ ਚਾਹੀਦਾ ਹੈ ਕਿ ਜਾਂ ਡੰਡਾ ਰੁਕਣਾ ਚਾਹੀਦਾ। ਇਹ ਤਾਂ ਹੁਣ ਅਸੀਂ ਜੋ ਸਾਡੇ ਤੋਂ ਕਾਰਵਾਈ ਹੋਊਗੀ ਅਸੀਂ ਕਰਾਂਗੇ, ਠੀਕ ਹੈ ਨਾ, ਜੋ ਵੀ ਪ੍ਰੈਕਟੀਕਲ ਹੈ। ਦੇਖੋ ਤਾਂ ਕੱਲ ਵੀ ਰਾਤ ਜਦੋਂ ਮੁਲਾਜ਼ਮ ਆਏ ਨੇ, ਤਹਿਸੀਲਦਾਰ ਸਾਹਿਬ ਆਏ ਨੇ, ਅਸੀਂ 9:30 ਵਜੇ ਸਾਰੇ ਸਲਾਹ ਕਰ ਰਹੇ ਸੀ ਵੀ ਹੁਣ 9:30 ਹੋ ਗਏ ਤੇ ਆਪਾਂ 2-2 ਕਰਕੇ ਸਾਰੇ ਜਾਣੇ ਆਪਾਂ ਪ੍ਰਸਾਦਾ ਪਾਣੀ ਕਰ ਸਕੇ ਆਈਏ। ਹਜੇ ਅਸੀਂ ਸਲਾਹ ਹੀ ਕਰਦੇ ਹਾਂ, ਇੱਕੋ ਦਮ ਥਾਣਾ ਭਾਰਸੋਂ ਐਸਐਚਓ ਸਾਹਿਬ ਸੁਖਦੇਵ ਸਿੰਘ ਜੀ ਤੇ ਤਹਿਸੀਲਦਾਰ ਸਾਹਿਬ ਖਟੜਾ ਸਾਹਿਬ ਤੇ ਉਹਨਾਂ ਨਾਲ ਮੁਲਾਜ਼ਮ ਲਖਵੀਰ ਸਿੰਘ, ਗੁਰਪ੍ਰੀਤ ਸਿੰਘ ਤੇ ਹੋਰ ਮੁਲਾਜ਼ਮ ਸੀਗੇ, ਬਹੁਤ ਸੀਗੇ। ਮੈਂ ਹੁਣ ਕਿਹਦਾ ਨਾਂ ਲੈਂਦਾ, ਬਹੁਤ ਸੀਗੇ। ਸਾਨੂੰ ਤਾਂ ਐਂ ਪਤਾ ਲੱਗਿਆ ਜਦੋਂ ਆ ਕੇ ਸਾਡੇ ਕਮਰੇ ਵਿੱਚ ਹਮਲਾ ਕਰਤਾ, ਕਹਿੰਦੇ ਵੀ ਬਾਹਰ ਨਿਕਲੋ ਫਟਾਫਟ। ਅਸੀਂ ਕਿਹਾ ਇੱਦਾਂ ਕਿੱਦਾਂ ਬਾਹਰ ਨਿਕਲ ਜੀਏ, ਸਾਨੂੰ ਅਧਿਕਾਰ ਦਿੱਤੇ ਨੇ ਐਸਡੀਐਮ ਸਾਹਿਬ ਨੇ। ਤੇ ਆਪਣੇ ਨਾਭੇ ਤੋਂ ਪੰਚਾਇਤ ਅਫਸਰ ਨੇ ਗੌਤਮ ਕੀ ਪੂਰਾ ਨਾਂ ਕੀ? ਪ੍ਰਦੀਪ ਗੌਤਮ ਜੀ, ਉਹ ਇੱਕਦਮ ਉਹਨਾਂ ਨੇ ਐਂਟਰੀ ਕੀਤੀ। ਉਹ ਪਹਿਲਾਂ ਵੀ ਇਹਦਾ ਕਾਰਜਕਾਰ ਉਹਨਾਂ ਨੂੰ ਪਤਾ ਸੀ, ਪਤਾ ਨਹੀਂ ਰੱਬ ਜਾਣੇ ਇਹਨਾਂ ਨੇ ਇੱਕਦਮ ਐਂਟਰੀ ਕਿਉਂ ਕੀਤੀ ਹੈ। ਜਦੋਂ ਅਸੀਂ ਇੱਕ ਹਫ਼ਤੇ ਦੇ ਸੀ ਚੀਜ਼ ਨੂੰ, 22 ਤਰੀਕ ਤੋਂ ਅਸੀਂ ਇਹ ਚੀਜ਼ ਨੂੰ ਸੰਭਾਲ ਰਹੇ ਹਾਂ। ਜੇ ਆ 2 ਦਿਨ ਲੰਘਾ ਦਿੰਦੇ, ਹਿਸਾਬ ਲੈਣਾ ਸੀ ਸਾਤੇ 'ਤੇ ਕੋਈ ਨਿਗਾਹ ਰੱਖਣੀ ਸੀ, ਉਹਲੇ ਚੋਰੇ ਸਾਤੋਂ ਨਿਗਾਹ ਰੱਖਦੇ, ਬਹਿੰਦੇ ਆ ਕੇ ਲੜਾਈ ਝਗੜਾ ਹੁੰਦਾ, ਸਾਨੂੰ ਅੰਦਰ ਠੋਕਦੇ। ਕੋਈ ਵੀ ਅਸੀਂ ਗਲਤ ਕੰਮ ਕਰਦੇ ਸਾਨੂੰ ਫੜਦੇ, ਸਾਡੇ 'ਤੇ ਪਰਚਾ ਦਿੰਦੇ। ਪਰ ਇਹ ਨਹੀਂ ਹੈਗਾ ਵੀ ਇੱਕਦਮ ਆ ਕੇ ਸਾਡਾ ਇਹਨਾਂ ਨੇ ਜਿਹੜਾ ਨਾ ਮਾਣ ਸਨਮਾਨ ਆ, ਜਿਹੜਾ ਸਾਡੇ ਮਾਣ ਸਨਮਾਨ ਨੂੰ ਠੇਸ ਪਹੁੰਚਾਈ ਆ, ਸਾਡੇ ਨਹੀਂ ਇਕੱਲੇ, ਸਾਡੇ ਪੂਰੇ ਪਿੰਡ ਨੂੰ। ਉਹ 4-5 ਜਿਹੜੇ ਜਮਾ ਸੜੇ ਹੋਏ ਬੰਦੇ ਨੇ, ਜਿਨ੍ਹਾਂ ਦੀ ਕੋਈ ਇੱਜ਼ਤ ਹੈ ਨਹੀਂ, ਉਹਨਾਂ ਨੇ ਇਹ ਸਾਰੇ ਪਿੰਡ ਨੂੰ ਥੱਬਾ ਲਾਤਾ। ਮੰਨ ਲਓ ਵੀ
ਇਹ ਭੁੱਲ ਨਹੀਂ ਸਕਦੇ ਇਹ ਚੀਜ਼ ਨੂੰ, ਅਸੀਂ ਤਾਂ ਭੁੱਲ ਨਹੀਂ ਸਕਦੇ, ਸਾਡੇ ਜਵਾਕਾਂ ਨੇ ਤਾਂ ਭੁੱਲਣੀ ਕੀ ਆ। ਬਹੁਤ ਵਧੀਆ ਤਰੀਕੇ ਨਾਲ ਜਿਹੜਾ ਪਿੰਡ ਦਾ ਕੰਮ ਹੈ ਉਹ ਮੇਤੋਂ ਨਾ ਪੁੱਛਿਓ, ਸਾਡੇ ਪਿੰਡ 'ਚ ਜਾ ਕੇ ਜਿਹਨੂੰ ਬੱਚੇ ਨੂੰ ਪੁੱਛ ਲਓ ਵੀ ਕਿੱਦਾਂ ਵਿਕਾਸ ਹੋ ਰਿਹਾ ਤੇ ਮਾੜੀ ਤੇ ਪ੍ਰਬੰਧ ਕਿੱਦਾਂ ਸੀਗਾ, ਪੱਖਿਆਂ ਦਾ ਪ੍ਰਬੰਧ, ਨੀਚੇ ਬੈਠਣ ਦੇ ਜਿਹੜੇ ਮੈਟ ਹੁੰਦੇ ਨੇ, ਮੈਟ ਤੱਕ ਮੰਨ ਲਾ ਵੀ ਕਿਸੇ ਨੂੰ ਕੋਈ ਇਹ ਤਕਲੀਫ ਨਹੀਂ ਹੋਈ। ਜੇ ਕੋਈ ਮਾਤਾ ਦੂਰੋਂ ਪਾਜ ਮਾਰਦੀ ਸੀ ਪਾਣੀ ਦੀ, ਅਸੀਂ 3-4 ਮੁੰਡੇ ਫੋਕੇ ਪਾਣੀ ਤੇ ਲਾਏ ਹੋਏ ਸੀ ਸਪੈਸ਼ਲ ਦਿਹਾੜੀ ਤੇ, ਉਹ ਵੀ ਸਾਡਾ ਵਿੱਚੇ ਰਹਿ ਗਿਆ। ਉਹ ਤਾਂ ਸਾਡੇ ਘਰੇ ਆ ਰਹੇ ਨੇ, ਅੱਜ ਵੀ ਆ ਗਏ, ਕਹਿੰਦੇ ਬਾਈ ਜੀ ਪੈਸੇ ਦਿਹਾੜੀ ਨੇ। ਮੈਂ ਕੋਈ ਨਹੀਂ ਬਾਈ ਦੇਵਾਂਗੇ। ਉਸ ਤੋਂ ਬਾਅਦ ਟੂਰਨਾਮੈਂਟ ਦੀ ਗੱਲ ਮੈਂ ਸ਼ੁਰੂ ਕਰਨ ਲੱਗਿਆ। ਜਿਹੜਾ ਅਸੀਂ ਟੂਰਨਾਮੈਂਟ ਆ ਨਾ ਸਾਡਾ ਇਹ ਵੀ ਜਿੱਦਾਂ ਗੁੱਗਾ ਮਾੜੀ ਦਾ ਮੇਲਾ ਹੈ, ਪ੍ਰਾਚੀਨ ਮੇਲਾ ਹੈ ਤੇ ਪ੍ਰਾਚੀਨ ਇਹ ਟੂਰਨਾਮੈਂਟ ਹੈ। ਮੈਨੂੰ ਲੱਗਦੀ ਆ ਮੇਰੇ ਡੈਡੀ ਵੀ 10 ਸਾਲ ਪ੍ਰਧਾਨਗੀ ਕਰਕੇ, ਤਾਇਆ ਪੂਰਨ ਸਿੰਘ ਸੀ ਮੇਰਾ ਤਾਇਆ ਸਕਾ, ਉਹ ਵੀ ਇੱਥੇ ਘੱਟੋ ਘੱਟ 30 ਤੋਂ 32 ਸਾਲ ਪ੍ਰਧਾਨਗੀ ਕਰ ਗਿਆ। ਤੁਸੀਂ ਮੇਲੇ ਦੇ ਵਿੱਚ ਜਾ ਕੇ ਚੱਲ ਰਹੇ ਮੇਲੇ 'ਚ ਜਿਹੜੇ ਮਰਜ਼ੀ ਦੁਕਾਨਦਾਰ ਨੂੰ ਪੁੱਛੋ ਵੀ ਪੂਰਨ ਸਿੰਘ ਨੂੰ ਜਾਣਦੇ ਹੋ, ਉਹ ਕਹਿਣਗੇ ਅਸੀਂ ਪੂਰਨ ਸਿੰਘ ਨੂੰ ਜਾਣਦੇ ਹਾਂ, ਪ੍ਰਧਾਨ ਹੁੰਦਾ ਸੀਗਾ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਇਹ ਟੂਰਨਾਮੈਂਟ ਆ ਜਿਹੜਾ ਅਸੀਂ ਸਰਦਾਰ ਸਾਧੂ ਸਿੰਘ ਧਰਮਸੋਤ ਦੀ ਰਹਿਨੁਮਾਈ ਹੇਠ ਸ਼ੁਰੂ ਕੀਤਾ ਸੀਗਾ। ਮੈਂ ਤੇ ਮੇਰਾ ਤਾਰਾ ਸਿੰਘ ਸਾਬਕਾ ਸਰਪੰਚ ਮੇਰੇ ਨਾਲ ਸੀ। ਅਸੀਂ ਮਲੋਹ ਵਿਖੇ ਗਏ, ਉਹਦੇ ਘਰ ਹਾਊਸ ਦੇ ਵਿੱਚ ਬਾਹਰਲੇ ਜਿੱਥੇ ਉਹ ਆਮ ਲੋਕਾਂ ਨੂੰ ਮਿਲਦਾ ਉੱਥੇ ਬੈਠੇ ਸੀ। ਬਹੁਤ ਸੀਗੇ ਉੱਥੇ, ਪੜੀ ਤੋਂ ਸੀਗੇ, ਪਾਲੀਓ ਤੋਂ ਸਰਪੰਚ ਸੀਗੇ, ਬਹੁਤ ਇਲਾਕੇ ਦੇ ਸਾਰੇ ਸਰਪੰਚ ਸੀਗੇ ਉੱਥੇ। ਜਦੋਂ ਅਸੀਂ ਉੱਥੇ ਗਏ, ਸਾਡੀ ਵਾਰੀ ਤਕਰੀਬਨ 5-10-20 ਮਿੰਟਾਂ ਬਾਅਦ ਆਈ। ਉਸ ਤੋਂ ਬਾਅਦ ਹਾਂਜੀ ਕਹਿੰਦੇ ਵੀ ਮਾਜਰੀ ਵਾਲੇ ਦੱਸੋ ਕੀ ਕਰਨਾ। ਕਹਿੰਦੇ ਹਾਂਜੀ ਸਰਪੰਚ ਸਾਹਿਬ। ਮੈਂ ਕਿਹਾ ਜੀ ਟੂਰਨਾਮੈਂਟ ਬਾਰੇ ਸੋਚ ਰਹੇ ਹਾਂ, ਮੇਲਾ ਆ ਗਿਆ। ਪਹਿਲਾਂ ਲੋਕ ਜਿਹੜੀ ਖਿਡਾਰੀ ਵੀਰ ਨੇ ਨਸ਼ੇ ਦੇ ਉਲਟ ਤੁਰੇ ਹੋਏ ਨੇ, ਨਸ਼ਾ ਕਰ ਰਹੇ ਨੇ, ਬੱਚੇ ਨੇ, ਉਹਨਾਂ ਨੂੰ ਕੋਈ ਸੇਧ ਮਿਲੂਗੀ ਵੀ ਜੇ ਤੁਹਾਡੀ ਇਜਾਜ਼ਤ ਹੈ ਤਾਂ ਅਸੀਂ ਟੂਰਨਾਮੈਂਟ ਆ ਜਿਹੜਾ ਅਸੀਂ ਸ਼ੁਰੂ ਕਰਵਾ ਦਈਏ। ਚਲੋ ਕਹਿੰਦੇ 2 ਮਿੰਟ ਬੈਠੋ, ਕਰਦੇ ਹਾਂ ਗੱਲ ਤੁਹਾਡੇ ਨਾਲ ਖੁੱਲ੍ਹ ਕੇ। ਚਲੋ ਅਸੀਂ ਫਿਰ ਸਾਈਡ ਤੇ ਬਹਿ ਗਏ। ਉਸ ਤੋਂ ਬਾਅਦ ਸਾਨੂੰ ਬੁਲਾਇਆ ਗਿਆ, ਕਹਿੰਦਾ ਦੱਸੋ ਕੀ ਚਾਹੁੰਦੇ ਹੋ। ਅਸੀਂ ਕਿਹਾ ਵੀ ਟੂਰਨਾਮੈਂਟ ਕਰਾਉਣਾ ਚਾਹੁੰਦੇ ਹਾਂ। ਕਹਿੰਦਾ ਚਲੋ ਕਰਵਾ ਲਓ ਤੇ ਅਸੀਂ ਤੁਹਾਨੂੰ 2 ਲੱਖ ਰੁਪਈਆ ਜਿਹੜਾ ਟੂਰਨਾਮੈਂਟ ਤੇ ਅਸੀਂ ਦੇ ਕੇ ਆਵਾਂਗੇ। 2 ਲੱਖ ਰੁਪਈਆ ਜਿਹੜੀ ਗ੍ਰਾਂਟ ਆ, ਕਿਉਂ ਤਾਰਾ ਸਿੰਘ ਜੀ? ਹਾਂਜੀ ਇਹ 2 ਲੱਖ ਰੁਪਈਆ ਜਿਹੜਾ ਗ੍ਰਾਂਟ ਹੈ, ਅਸੀਂ ਤੁਹਾਡੇ ਟੂਰਨਾਮੈਂਟ ਤੇ ਆਵਾਂਗੇ ਤੇ ਸ਼ੁਰੂ ਕਰਾਓ। ਸਾਨੂੰ ਤਰੀਕ ਪੁੱਛੀ ਗਈ, ਅਸੀਂ 29 30 31 ਨੂੰ ਤਰੀਕ ਵੀ ਦੱਸੀ। ਅਸੀਂ ਕਿਹੜੀ ਤਰੀਕ ਨੂੰ ਆਉਣਾ? ਕਹਿੰਦੇ 31 ਤਰੀਕ ਨੂੰ ਆਵਾਂਗੇ। ਚਲੋ ਜੀ ਠੀਕ ਹੈ ਜੀ। ਬਹੁਤ ਵਧੀਆ ਤਰੀਕੇ ਨਾਲ 29 ਤਰੀਕ ਤੇ 30 ਤਰੀਕ ਨੂੰ ਜਿਹੜੇ ਬੱਚਿਆਂ ਦੇ 2 ਦਿਨ ਪਹਿਲਾਂ ਬੱਚਿਆਂ ਦੇ ਹੁੰਦੇ ਨੇ 42-47 ਤੱਕ, ਬਹੁਤ ਵਧੀਆ ਤਰੀਕੇ ਦੇ ਨਾਲ ਟੂਰਨਾਮੈਂਟ ਨੇ ਜਿਹੜੇ ਪੂਰੇ ਵਧੀਆ ਦਿਨ, 2 ਦਿਨ ਪੂਰੇ ਉਤਰੇ ਆ ਜੀ ਬੱਚਿਆਂ ਨਾਲ ਤੇ ਦਰਸ਼ਕ ਵੀਰਾਂ ਨਾਲ। ਬਹੁਤ ਵਧੀਆ। ਮੈਂ ਕਹਿੰਦਾ ਕੋਈ ਲੜਾਈ ਝਗੜਾ ਨਹੀਂ। ਉਹ ਐਸਡੀਐਮ ਸਾਹਿਬ ਨੂੰ ਮੈਂ ਫਿਰ ਬੇਨਤੀ ਕਰੂੰਗਾ ਵੀ ਉਹ ਦੋਨੇ ਜਿਹੜੇ ਟੂਰਨਾਮੈਂਟ 2 ਦਿਨ ਹੋਇਆ ਉਹਦੇ ਵਿੱਚ ਵੀ ਜੇ ਤੁਸੀਂ ਸਾਬਤ ਕਰ ਦਿਓ ਨਾ ਵੀ ਲੜਾਈ ਝਗੜਾ ਹੋਇਆ, ਮੈਂ ਫਿਰ ਵੀ ਪਿੰਡ ਛੱਡ ਕੇ ਚਲਾ ਜਾਊਂਗਾ। ਠੀਕ ਹੈ ਜੀ। ਉਸ ਤੋਂ ਬਾਅਦ ਸਾਨੂੰ ਰਾਤ ਨੂੰ 9:30 ਵਜੇ, ਸਾਨੂੰ ਨਹੀਂ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ, ਸਾਨੂੰ ਪਤਾ ਲੱਗਾ ਸਾਡੇ ਪਿੰਡ ਦੇ 2-3 ਸੜੇ ਹੋਏ ਬੰਦੇ ਨੇ। ਉਹਨਾਂ ਨੇ ਜਿਹੜਾ ਇਹ ਮੇਲਾ, ਸਾਨੂੰ ਤਾਂ ਇਹ ਪਤਾ ਲੱਗਿਆ ਕਿ 45 ਲੱਗ ਗਈ ਵੀ ਨਿਕਲੋ ਉੱਥੋਂ, ਕਮਰਾ ਛੱਡੋ। ਧੱਕੇ ਨਾਲ ਸਾਨੂੰ ਕੱਢਿਆ ਗਿਆ। ਚਾਬੀਆਂ ਸਾਤੋਂ ਲਈਆਂ ਗਈਆਂ, ਫੋਟੋਆਂ ਸਾਡੇ ਨਾਲ ਖਿਚਾਈਆਂ ਗਈਆਂ, ਡਰਾ ਕੇ ਸਾਨੂੰ ਬਾਹਰ ਹਨੇਰੇ 'ਚ ਲੈ ਜਾਂਦੇ ਸੀ, ਡਰਾਉਂਦੇ ਸੀਗੇ ਚੁੱਪ ਕਰਕੇ ਚਾਬੀਆਂ ਫੜਾ ਦਿਓ। ਚਾਬੀਆਂ ਅਸੀਂ ਨੇ ਦਿੱਤੀਆਂ ਫੜਾ। ਫਿਰ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਇੱਥੇ ਬਈ ਮੇਲੇ ਦੇ ਚੱਲ ਰਹੇ ਮੇਲੇ ਦੇ ਵਿੱਚ ਅਸੀਂ ਗੋਲਕਾਂ ਖੋਲੀਆਂ ਨੇ ਤੇ ਭਾਣ ਪਈ ਆ, ਫੋਟੋ ਦਿਖਾਓ ਜੀ। ਮੇਨ ਮਕਸਦ ਆ ਜਿਹੜਾ ਤੁਸੀਂ ਮੰਗ ਕੀ ਕਰਦੇ, ਥੋੜਾ ਕਾਫੀ ਖਰਚਾ ਮੰਗ ਤਾਂ ਇਹੀ ਕਰਦੇ ਆ। ਦੇਖੋ ਖਿਡਾਰੀ ਨੇ ਨਿਰਾਸ਼ ਹੋ ਕੇ ਗਏ ਨੇ, ਕੀ ਕਹਿਣਾ? ਹਾਂਜੀ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਅਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਬਾਬੇ ਦੀ ਧਰਤੀ ਤੇ ਬੈਠਾ, ਹੁਣ ਵੀ 900 ਰੁਪਈਆ ਖਿਡਾਰੀ ਵੀਰਾਂ ਨੂੰ ਇੱਧਰੋਂ ਦੂਰ ਦੇ ਸੀ, ਬੜੇ ਦਿੱਤੂਪੁਰ ਦਾ ਨੌਜਵਾਨ ਸੀਗਾ। ਪੰਜਾਬ ਪੱਧਰ ਤੇ? ਹਾਂਜੀ ਪੰਜਾਬ ਪੱਧਰ ਤੇ ਸੀਗਾ। ਬਹੁਤ ਹਰਿਆਣੇ ਤੋਂ ਦੂਰ ਤੋਂ ਟੀਮਾਂ ਆਈਆਂ। ਸਵੇਰ ਦੇ ਵੀ ਅਸੀਂ ਕਿਰਾਇਆ ਦੇ ਰਹੇ ਹਾਂ ਜੀ। ਕਿਰਾਇਆ ਵੀ ਚਲਿਆ ਜਾਊਗਾ 50 ਤੋਂ 60,000 ਦੇ ਲਾਗੇ ਬੰਨੇ ਕਿਰਾਇਆ ਚਲਿਆ ਗਿਆ। ਤੇ ਜਿਹੜੀਆਂ ਸਾਡੀਆਂ 5-7 ਟੀਮਾਂ ਮੰਗਾਈਆਂ ਹੋਈਆਂ ਸੀਗੀਆਂ ਕਿਰਾਏ ਤੇ, ਕਿਰਾਇਆ ਕਹਿ ਲਓ ਕਿਰਾਇਆ ਦੇ ਕੇ ਵੀ ਖਿਡਾਰੀ ਵੀਰੋ ਤੁਸੀਂ ਆਉਣਾ ਹੈ। ਉਹ ਗੱਡੀਆਂ ਦਾ ਖਰਚਾ ਹੁੰਦਾ ਵੀਰਾਂ ਦਾ, ਉਹ 10,000 ਰੁਪਈਆ ਅਸੀਂ ਉਹ ਦਿੱਤਾ ਹੋਇਆ ਸੀਗਾ 10 ਟੀਮਾਂ ਨੂੰ। ਲੱਖ ਰੁਪਈਆ ਮੰਨ ਕੇ ਚਲੋ, ਵੱਧ ਵੀ ਹੋ ਸਕਦਾ ਜੇ ਕਈ ਵਾਰ ਖਜ਼ਾਨਚੀ ਸਾਹਿਬ ਨੇ ਹੋਰ ਨਾ ਕਿਸੇ ਨੂੰ ਫੋਨ ਕਰਤਾ ਹੋਵੇ। ਉਸ ਤੋਂ ਬਾਅਦ ਕਮੈਂਟਰੀ ਬੁਲਾਏ ਹੋਏ ਸੀ ਵੀਰ, ਕਮੈਂਟਰੀ ਲੈ ਕੇ ਆਪਣਾ 6-6 ਹਜ਼ਾਰ ਰੁਪਈਆ। ਸਾਬਤ ਤਾਂ ਸਾਡੇ ਕੋਲ, ਅਸੀਂ ਸਬੂਤ ਦੇਵਾਂਗੇ, ਸਾਰਾ ਕੁਝ ਸਾਡੇ ਕੋਲ। ਆ ਜਿਹੜਾ ਪੈਸਾ ਹੈ ਉੱਥੇ ਮਾੜੀ 'ਚ ਸਾਨੂੰ ਕੱਢਿਆ ਗਿਆ ਤੇ ਨਾ ਹੀ ਗਿਣਿਆ ਗਿਆ। ਅਸੀਂ ਬੇਨਤੀ ਕੀਤੀ ਵਾਰ-ਵਾਰ ਐਸਐਚਓ ਸਾਹਿਬ ਨੂੰ, ਤਹਿਸੀਲਦਾਰ ਸਾਹਿਬ ਨੂੰ, ਗੌਤਮ ਨੂੰ ਵੀ ਸਾਡੇ ਸਾਹਮਣੇ ਜਿਹੜਾ ਇਹ ਪੈਸਾ ਗਿਣਿਆ ਜਾਵੇ ਕਿੰਨਾ ਪੈਸਾ ਹੈ। ਸਾਨੂੰ ਕਹਿੰਦੇ ਤੁਸੀਂ ਇਸ ਪੈਸੇ ਦਾ ਕੁਝ ਨਹੀਂ ਲੱਗਦੇ, ਇਹ ਪੈਸਾ ਹੁਣ 45 ਲੱਗੀ, ਇਹਦਾ ਹੱਕਦਾਰ ਅਸੀਂ ਹਾਂ। ਪੈਸਾ ਦੇਖੋ ਪਿਆ ਢੋਲਾਂ ਦੇ ਵਿੱਚ, ਢੋਲ ਭਰਿਆ ਪਿਆ, ਅੱਧਾ ਪੈਸਾ ਪਿਆ। ਆ ਦੇਖੋ ਜੀ ਆ ਪੈਸਾ, ਅੱਛਾ ਆ ਦੇਖੋ ਪੈਸੇ ਢੇਰ ਲੱਗੇ ਪਏ ਨੇ।
ਦੇਖੋ ਢੇਰ ਲੱਗੇ ਮੇਰੇ ਢੋਲ ਆ ਸਾਡਾ ਲਾ ਇਹਦੇ ਥੱਲੇ ਪਾਣ ਹੈ, ਪਾਣ ਵੀ ਕਿਹੜੀ ਹੈ 1 ਕੁਆਂਟਲ ਦੇ ਲੱਗੇ ਬੰਨੇ ਹੋਣੀ ਆ, ਵੱਧੇ ਹੋਊਗੀ ਆਈਡੀਆ ਦੱਸ ਰਿਹਾ। ਇਸ ਤੋਂ ਬਾਅਦ ਦੇਖੋ ਪੂਰਾ ਸਭ ਕੁਝ ਗੱਲ ਨਾ ਪਾ ਦੇਣ। ਇੱਕ ਮੈਂ ਹੁਣ ਇਹ ਪੁੱਛਣਾ ਤੁਹਾਡਾ ਮੇਲੇ ਦਾ ਟੋਟਲ ਕਿੰਨਾ ਲੱਗਿਆ ਇੱਕ ਵਾਰ ਨਾਰਮਲ 5 ਤੋਂ 6 ਲੱਖ ਰੁਪਏ ਜੀ, ਤੇ ਉਧਰ 2.5 ਅੱਡ ਪਿਆ 2.5 ਅੱਡ ਪਿਆ ਜੀ। ਮਤਲਬ ਕਿ ਹਾਂਜੀ, ਉਹਦਾ 8 ਲੱਖ ਰੁਪਇਆ 9 ਲੱਖ 8-9 ਲੱਖ ਦੇ ਨੌਸ ਦੇ ਵਿੱਚ ਅਸੀਂ ਆ ਗਏ। ਇਹ ਪ੍ਰਸ਼ਾਸਨ ਸਾਨੂੰ ਇਹ ਚ ਫਸਾ ਗਿਆ। ਉਹਨਾਂ ਨੂੰ ਚੱਕਣ ਵੇਲੇ ਜਾਂ ਕੋਈ ਕਰਨ ਵੇਲੇ ਕੋਈ ਗੱਲ ਕਹੀ ਨਹੀਂ ਕਹੀ ਆਈ ਸੀਗਾ ਸਾਨੂੰ ਲਿਖ ਕੇ ਦੇ ਦਿਓ ਵੀ ਕਿੰਨਾ ਪੈਸਾ ਇੱਥੇ, ਕਿੰਨੀ ਭਾਣ ਪਈ ਆ, ਕਿੰਨੇ ਦੀ ਪਈ ਆ, ਇੱਥੇ ਬਹਿ ਜਾਓ ਸਾਰੀ ਰਾਤ ਬਹਿ ਜਾਓ, ਅਸੀਂ ਤੁਹਾਡੇ ਨਾਲ ਬੈਠਣ ਨੂੰ ਤਿਆਰ ਆ, ਤੁਸੀਂ ਬਹਿ ਜਾਓ, ਇਹਨੂੰ ਗਿਣੋ। 2.5 ਤੋਂ ਵੱਧ ਵੀ ਹੋ ਸਕਦਾ, ਸਾਨੂੰ 2.5 ਤੋਂ ਵੱਧ ਵੀ ਹੋ ਸਕਦਾ ਜੀ, ਪਲੱਸ ਵੀ ਹੋ ਸਕਦਾ ਜੀ। ਪ੍ਰਸ਼ਾਸਨ ਦਾ ਕੀ ਜਵਾਬ ਆਇਆ? ਪ੍ਰਸ਼ਾਸਨ ਦਾ ਜਵਾਬ ਆ ਸਵੇਰੇ ਬੈਂਕ ਵਾਲੇ ਆਉਣਗੇ, ਉਹ ਅਕਾਊਂਟ ਕਰਨਗੇ, ਉਸ ਤੋਂ ਬਾਅਦ ਜਿਹੜੀ ਤੁਹਾਨੂੰ ਦੱਸਿਆ ਜਾਊ ਕਿੰਨਾ ਪੈਸਾ। ਦੇਖੋ ਜੀ ਜਦੋਂ ਸਾਨੂੰ ਉੱਥੋਂ ਰਾਤ ਨੂੰ ਕੱਢੇ ਦਿੱਤਾ ਤੇ ਹੁਣ ਕੀ ਪਤਾ ਬੈਂਕ ਵਾਲਿਆਂ ਦਾ ਕੀ ਹੋਣਾ। ਬੈਂਕ ਵਾਲੇ ਦੇ ਵਿਹਲੇ ਤਾਂ ਹੈ ਨਹੀਂ ਜਿਹੜੇ ਇੱਥੇ ਅਕਾਊਂਟ ਕਰਨ, ਇਹਨਾਂ ਨੇ ਹੀ ਘਪਲਾ ਕਰਨਾ ਜੀ। ਪਹਿਲਾਂ ਵੀ 45 ਲੱਗੇ, ਇਹਨਾਂ ਨੇ ਪਹਿਲਾਂ ਬੜਾ ਘਪਲਾ ਕਰਿਆ ਬਹੁਤ ਜ਼ਿਆਦਾ। ਤੇ ਜਦੋਂ ਸਾਨੂੰ ਇਹ ਆਰਡਰ ਹੋਏ ਨੇ ਕਮੇਟੀ ਨੂੰ ਅਕਾਊਂਟ ਦੇ ਵਿੱਚ 7,80,000 ਰੁਪਇਆ OBC ਬੈਂਕ, ਜਿਹਨੂੰ ਪੰਜਾਬ ਐਂਡ ਸਿੱਧ ਬੈਂਕ ਕਹਿ ਦਿੰਦੇ ਹੁਣ ਨੈਸ਼ਨਲ, ਬਰੋਟੇ ਥੱਲੇ ਆ ਭਾਰਸੋ ਥਾਣੇ ਤੋਂ ਪਹਿਲਾਂ ਪੈਂਦੀ ਹੈ ਇਹ। ਉਹਦੇ ਵਿੱਚ 7,80,000 ਰੁਪਇਆ ਤੇ ਪਹਿਲਾਂ ਦਾ ਪਿਆ ਤੇ ਹੁਣ ਵੀ ਪਿਆ, ਜਿਹੜਾ ਉਹਦਾ ਵਿਆਜ ਆ ਉੱਪਰ। ਅਸੀਂ 1 ਰੁਪਈਆ ਨਹੀਂ ਛੇੜਿਆ ਉਹ ਚੋਂ। ਜਿਹੜੇ ਲੋਕਾਂ ਨੇ ਹਵਾਹ ਡਾਤੀਆਂ, ਇਹਨਾਂ ਨੇ ਕਮੇਟੀ ਨੇ ਅਕਾਊਂਟ ਦੇ ਵਿੱਚੋਂ 7,80,000 ਰੁਪਇਆ ਖਾ ਗਏ। ਮੈਂ ਕਹਿੰਦਾ ਜੇ 7 ਲੱਖ 'ਚੋਂ 1 ਰੁਪਈਆ ਵੀ ਛੇੜਿਆ ਹੋਵੇ ਅਸੀਂ ਦੇਣ ਦਾ ਡਬਲ ਦਵਾਂਗੇ। ਚੈੱਕ ਕੱਟੇ ਹੋਏ ਨੇ ਸਾਡੇ, ਜਿਨ੍ਹਾਂ ਨੇ ਸਾਡਾ ਮੋਹਨ ਵੀਰ ਖੜਾ, ਦੇਖੋ ਇਹ ਵੀਡੀਓ ਬਣਾਓ ਵੀਰ ਦੀ, ਖੜਾ ਇਹਨੇ ਇਹ ਹਾਂ ਸਾਰਾ JBC ਵਾਲੇ ਨੇ ਇਹ ਟਰਾਲੀਆਂ ਵਾਲਾ ਭਰਤ ਸਾਰਾ ਸਿਸਟਮ ਇਹਨੇ ਕੀਤਾ ਤੇ ਇਹਨਾਂ ਦਾ ਚੈੱਕ ਬਾਉਂਸ ਹੋ ਗਿਆ ਜੀ, ਮਿਲੇ ਨਹੀਂ ਪੈਸੇ ਨਹੀਂ ਮਿਲੇ ਜੀ। ਆ ਗਰਮੀ ਤਾਂ ਆ ਜਾਓ ਜੀ। ਇਹਨਾਂ ਨੇ ਗੋਲਕ ਦਾ ਕੰਮ ਕੀਤਾ ਤੇ ਜਿਹੜਾ ਆਲੇ ਦੁਆਲੇ ਜਾਲੀਆਂ ਦਾ ਕੰਮ ਕੀਤਾ, ਇਹਨਾਂ ਨੂੰ ਵੀ ਪੈਸੇ ਕੱਟੇ ਸੀ। ਅੱਜ 90,000 ਦਾ ਚੈੱਕ ਕੱਟਿਆ ਸੀ, ਕੱਲ ਕੱਟਿਆ ਸੀ 30 ਤਰੀਕ ਨੂੰ, ਸੌਰੀ ਅੱਜ ਨਹੀਂ ਕੱਲ ਕੱਟਿਆ ਸੀ, ਤੇ ਇਹਨਾਂ ਨੂੰ ਪੈਸੇ ਮਿਲ ਗਏ ਜੀ। ਉੱਥੋਂ ਬੈਂਕ ਵਾਲੇ ਕਹਿੰਦੇ ਕਿ ਜਿਹੜਾ ਖਾਤਾ ਇਹ ਰਾਤੋਂ ਰਾਤ ਬੰਦ ਕਰਤਾ। ਪਰ ਮੈਂ SDM ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਤੁਹਾਡੇ ਜਦੋਂ ਤੁਸੀਂ ਉੱਥੇ ਸੀਟ ਤੇ ਬੈਠੇ ਹੁੰਦੇ ਹੋ ਤੇ ਤੁਹਾਡੇ ਕਤਾਰਾਂ ਲੱਗੀਆਂ ਹੁੰਦੀਆਂ ਨੇ, ਕਦੇ ਤੁਸੀਂ ਕਿਸੇ ਨਾਲ ਫੋਨ ਤੇ ਗੱਲ ਕਰਦੇ ਹੁੰਦੇ ਹੋ, ਕਦੇ ਤੁਹਾਨੂੰ ਕਿਸੇ ਮੁਲਾਜ਼ਮ ਨੇ, ਅਫਸਰ ਨੇ, ਪੋਲੀਟੀਕਲ ਬੰਦੇ ਨੇ ਮਿਲਣਾ ਹੁੰਦਾ। ਮੇਰੇ ਵਰਗਾ ਆਦਮੀ ਉੱਥੇ ਸਾਈਡ ਤੇ ਬੈਠਾ ਹੁੰਦਾ, ਅਸੀਂ ਚਾਹਾਂ ਪੀ ਲੈਂਦੇ ਹਾਂ, ਭੁੱਖੇ ਮਰ ਜੰਨੇ ਆ। ਸਾਡੇ ਜਿਹੜੇ ਕੰਮ ਨੇ ਉੱਥੇ ਮੰਨ ਲਾ ਵੀ ਸੜਕਾਂ ਤੇ ਰੁੜ ਕੇ ਨਹੀਂ ਹੁੰਦੇ। ਇਹਨੂੰ ਘੱਟੋ ਘੱਟ 2.5 ਸਾਲ ਲੱਗੇ ਬਾਈ ਜੀ ਕੰਮ ਸਿਰੇ ਚਾੜਨ ਨੂੰ। ਪਰ SDM ਸਾਹਿਬ ਨੇ ਇਹ 7 ਤੋਂ 2.5 ਸਾਲਾਂ ਦਾ ਮਿਹਨਤ ਸਾਡੀ ਇੱਕੋ ਰਾਤ 'ਚ ਖੋਲੀ, ਰਾਤ ਨੂੰ 9:30 ਵਜੇ। ਉਹ ਵੀ ਕਿਵੇਂ ਖੋਈ ਆ? ਛੁੱਟੀ ਹੈ, ਸਭ ਨੂੰ ਪਤਾ। ਕੱਲ ਛੁੱਟੀ ਸੀ ਜੀ, ਕੱਲ ਜਨਮ ਅਸ਼ਟਮੀ ਸੀਗੀ, ਕੋਈ SDM ਮੈਡਮ ਉੱਥੇ ਬੈਠੀ ਨਹੀਂ ਸੀ, ਠੀਕ ਆ। ਜਦੋਂ ਤੁਸੀਂ ਮੈਡਮ ਸਾਹਿਬ ਸੀਟ ਤੇ ਬਹਿ ਨੇ ਉਦੋਂ ਤਾਂ ਲੋਕਾਂ ਦੇ ਤੋਂ ਕੰਮ ਨਹੀਂ ਹੁੰਦੇ। ਆ ਤੁਹਾਨੂੰ ਰੈਮਲ ਮਾਜਰੀ ਵਾਲਾ ਮੇਲਾ 45 ਲਾਉਣ ਨੂੰ ਇਹ ਕਿਹੜਾ ਦਿਨ ਚੜ ਗਿਆ? ਕਿਹੜੀ ਤੁਹਾਨੂੰ ਛੁੱਟੀ ਵਾਲੇ ਦਿਨ ਤੁਹਾਡੀ ਜੌਬ ਲੱਗ ਗਈ? ਇਹ ਤੁਹਾਨੂੰ ਪੈਸੇ ਮਿਲੇ ਹੋਣਗੇ ਮੇਰੇ ਹਿਸਾਬ ਨਾਲ ਤਾਂ ਜੀ। ਇਹਨਾਂ ਨੂੰ ਇਹ ਛੁੱਟੀ ਵਾਲੇ ਦਿਨ ਦੇ ਪੈਸੇ ਮਿਲੇ ਹੋਣਗੇ, ਕਿਉਂ ਉੱਦਾਂ ਤਾਂ ਮਿਲਦੇ ਨਹੀਂ। ਰੈਗੂਲਰ ਤਾਂ ਸੋਮਵਾਰ ਤੋਂ ਸ਼ਨੀਵਾਰ ਤਾਂ ਪੈਸੇ ਮਿਲਦੇ ਨਹੀਂ, ਇਹ ਚੀਜ਼ ਦੇ ਪੈਸੇ ਮਿਲੇ ਹੋਣਗੇ। ਬਾਕੀ ਮੈਡਮ ਸਾਹਿਬ ਤੁਹਾਨੂੰ ਦੁਬਾਰੇ ਬੇਨਤੀ ਕਰਦਾ, ਹੱਥ ਬੰਨ੍ਹ ਕੇ ਸਾਡੇ ਕੈਮਰੇ ਚੈੱਕ ਕਰੋ। ਕੋਈ ਲੜਾਈ ਝਗੜਾ ਹੋਇਆ ਹੋਵੇ, ਕੋਈ ਗਾਲੀ ਗਲੋਚ ਹੋਈ ਹੋਵੇ, ਔਰ ਕੋਈ ਪੈਸੇ ਦੀ ਹੇਰਾਫੇਰੀ ਹੋਈ ਹੋਵੇ, ਤੁਸੀਂ ਆ ਸਕਦੇ ਹੋ। ਕੋਈ ਪਾਣੀ ਵੱਲੋਂ, ਕੋਈ ਕਿਸੇ ਮੇਲਾ ਦੇਖਣ ਵਾਲੇ ਬੀਬੀ ਭੈਣ, ਛੋਟੀਆਂ ਭੈਣਾਂ, ਭਰਾ, ਚਾਚੇ ਤਾਏ ਨੂੰ ਕੋਈ ਤਕਲੀਫ ਆਈ ਹੋਵੇ, ਔਰ ਜਿਹੜੇ ਸੜੇ ਹੋਏ ਬੰਦਿਆਂ ਨੇ ਹਰਕਤ ਕੀਤੀ ਆ, ਜੇ ਉਹਨਾਂ ਨੂੰ ਵੀ ਕੋਈ ਤਕਲੀਫ ਆਈ ਹੋਵੇ ਉੱਥੇ, ਉਹ ਕੈਮਰੇ ਵਿੱਚ ਕੈਦ ਹੋਣਗੇ। ਇਹ ਮੈਡਮ ਜੀ ਇਹਨੂੰ ਨਾ ਡਿਲੇ ਨਾ ਪਾਓ, ਇਹਨੂੰ ਜਲਦੀ ਤੋਂ ਜਲਦੀ। ਤੁਸੀਂ ਅੱਜ SDM ਹੋ, ਕੱਲ੍ਹ ਨੂੰ ਤੁਸੀਂ DC ਬਣਨਾ ਹੈ, ਕੱਲ੍ਹ ਨੂੰ ਹੋਰ ਵੀ ਤੁਸੀਂ ਉੱਪਰ ਜਾਣਾ ਹੈ। ਪਰ ਮੈਡਮ ਜੀ ਤੁਸੀਂ ਇੱਥੇ ਭੁਲੇਖਾ ਖਾ ਗਏ, ਇੱਥੇ ਮਿਸਟੇਕ ਹੋ ਗਏ। ਇਹ ਚੀਜ਼ ਨੂੰ ਗੌਰ ਕਰ ਲਓ। ਇਹ ਜਿਹੜੀ ਗੁੱਗਾ ਮਾੜੀ ਦੀ ਭੁੱਲ ਹੈ, ਇਹਨੂੰ ਬਖਸ਼ਾ ਲਓ। ਨਹੀਂ ਮੈਂ ਤੁਹਾਨੂੰ ਵਾਅਦਾ ਕਰਦਾ, ਅਸੀਂ ਗੁੱਗੇ ਨੂੰ ਮੰਨਣ ਵਾਲੇ ਆ, ਬਾਬੇ ਨਾਨਕ ਨੂੰ ਮੰਨਣ ਵਾਲੇ ਆ। ਤੁਸੀਂ ਬਹੁਤ ਹੀ ਦੇਰ ਇਹ ਸੀਟ ਤੇ ਨਹੀਂ ਬੈਠ ਸਕਦੇ।